ਇੱਕ ਸੀ ਸਾਰਾ। ਕਰਾਚੀ ਦੀ ਸ਼ਾਇਰਾ ਸਾਰਾ ਸ਼ਗੁਫਤਾ ਦੀ ਜ਼ਿੰਦਗੀ ਅਤੇ ਸ਼ਾਇਰੀ ਬਾਰੇ ਇਹ ਪੁਸਤਕ ਲੇਖਕਾ ਅਮ੍ਰਿਤਾ ਪ੍ਰੀਤਮ। ਪੇਸ਼ ਹੈ ਇਸ ਦਾ ਆਡੀਓ ਪਾਠ ਭਾਗ ਦੂਜਾ। ਇਨਸਾਨੀ ਕੁਰਾਨ ਦੀ ਆਰਜ਼ੂ। ਮੈਂ ਨਹੀਂ ਜਾਣਦੀ ਕਿ ਕਦੇ ਸਾਰਾ ਨੇ ਮੇਰੇ ਵਾਂਗ ਉਸ ਅਦਾਲਤ ਦੀ ਤਮੰਨਾ ਕੀਤੀ ਹੋਵੇਗੀ ਜਾਂ ਨਹੀਂ, ਜਿਸ ਅਦਾਲਤ ਵਿੱਚ ਕੋਈ ਨਜ਼ਮ ਗਵਾਹੀ ਦੇ ਸਕੇ। ਮੈਂ ਜ਼ਰੂਰ ਕੀਤੀ ਏ। ਸਿਰਫ ਖੁਆਇਸ਼ ਹੀ ਨਹੀਂ ਕੀਤੀ, ਤਸੱਵਰ ਵਿੱਚ ਇੱਕ ਅਦਾਲਤ ਤਾਮੀਰ ਵੀ ਕਰ ਲਈ ਅਤੇ ਵੇਖਿਆ ਗਵਾਹ ਦੇ ਕਟਹਿਰੇ ਵਿੱਚ ਸਾਰਾ ਦੀ ਨਜ਼ਮ ਖੜੀ ਏ ਤੇ ਕਹਿ ਰਹੀ ਏ, ਉਂਗਲ ਕੱਟ ਕੇ ਸਵਾਲ ਪੁੱਛੋਗੇ ਤਾਂ ਜਵਾਬ ਵੀ ਬੇਪੋਟਾ ਹੀ ਮਿਲੇਗਾ। ਸੁਣੋ, ਮੈਂ ਇਬਾਦਤ ਲਈ ਗਾਰ ਨਹੀਂ ਇਨਸਾਨ ਚਾਹੁੰਦੀ ਹਾਂ ਅਤੇ ਤਲਾਬਤ ਦੇ ਲਈ ਇਨਸਾਨੀ ਕੁਰਾਨ। ਮੇਰੇ ਇਸ ਤਸੱਵਰ ਦੀਆਂ ਅੱਖਾਂ ਭਰ ਆਉਂਦੀਆਂ ਜਦ ਯਾਦ ਆਉਂਦਾ ਕਿ ਇੱਕ ਦਿਨ ਇਨਸਾਨੀ ਕੁਰਾਨ ਦੀ ਆਇਤ ਵਰਗੀ ਸਾਰਾ ਨੂੰ ਇਸ ਦੁਨੀਆ ਦੀ ਅਦਾਲਤ ਵਿੱਚ ਜਾਣਾ ਪਿਆ। ਜੱਜ ਸਾਹਿਬ, ਇਹ ਸ਼ਖਸ ਬਿਲਕੁਲ ਸੱਚ ਬੋਲ ਰਿਹਾ ਹੈ। ਮੈਂ ਅਵਾਰਾ ਵੀ ਹਾਂ ਤੇ ਬਦਚਲਣ ਵੀ, ਇਸ ਲਈ ਇਕਬਾਲ ਕਰਦੀ ਹਾਂ ਕਿ ਬੱਚੇ ਇਸ ਸ਼ਖਸ ਦੇ ਨਹੀਂ ਹਨ। ਇਹਨਾਂ ਬੱਚਿਆਂ ਦਾ ਬਾਪ ਕੋਈ ਹੋਰ ਹੈ। ਅਦਾਲਤ ਮੈਨੂੰ ਇਜਾਜ਼ਤ ਦੇਵੇ ਤੇ ਮੈਂ ਇਹ ਬੱਚੇ ਉਹਨਾਂ ਦੇ ਅਸਲ ਵਾਲ ਤੱਕ ਪਹੁੰਚਾ ਸਕਾਂ। ਤੇ ਜਿੰਨੇ ਵੀ ਇਲਜ਼ਾਮ ਸਾਰਾ 'ਤੇ ਲਗਾਏ ਗਏ ਸਨ, ਸਾਰਾ ਨੇ ਉਹ ਸਭ ਕਬੂਲ ਕਰ ਲਏ ਤੇ ਅਦਾਲਤ ਵੱਲੋਂ ਸਾਰਾ ਨੂੰ ਆਪਣੇ ਬੱਚੇ ਮਿਲ ਗਏ। ਤੇ ਉਹੀ ਬੱਚੇ ਕੁਰਾਨ 'ਤੇ ਹੱਥ ਰੱਖ ਕੇ ਜਦੋਂ ਉਹਨਾਂ ਦੇ ਬਾਪ ਨੇ ਕੁਝ ਦਿਨਾਂ ਲਈ ਮੰਗ ਲਏ ਤੇ ਮੁੜ ਵਾਪਸ ਨਹੀਂ ਕੀਤੇ। ਤੇ ਕਿਸੇ ਵੀ ਅਦਾਲਤ ਦਾ ਇਨਸਾਫ ਕਦੇ ਨਹੀਂ ਜਾਣ ਸਕੇਗਾ ਕਿ ਤਲਾਵਤ ਲਈ ਸਾਰਾ ਇਨਸਾਨੀ ਕੁਰਾਨ ਕਿਉਂ ਚਾਹੁੰਦੀ ਸੀ। ਤੇ ਉਹ ਅਦਾਲਤ ਕਿੱਥੇ ਨਹੀਂ ਜਿਹੜੀ ਸਾਰਾ ਦੀ ਨਜ਼ਮ ਨੂੰ ਇੱਕ ਮੁਕੱਦਸ ਗਵਾਹੀ ਮੰਨ ਲਵੇ ਅਤੇ ਮੰਨ ਲਵੇ ਕਿ ਅਜਿਹੀ ਨਜ਼ਮ ਲਿਖਣ ਵਾਲੀ ਅਵਾਰਾ ਨਹੀਂ ਹੋ ਸਕਦੀ, ਬਦ ਇਖਲਾਕ ਨਹੀਂ ਹੋ ਸਕਦੀ। ਉਹਦੇ ਇਖਲਾਕ ਦੀ ਡੂੰਘਾਈ ਕੌਣ ਵੇਖੇਗਾ ਜਿਹੜੀ ਨਜ਼ਮ ਤੜਫ ਕੇ ਕਹਿੰਦੀ ਹੈ, ਮੈਂ ਆਪਣੇ ਇਜ਼ਾਰਬੰਦ ਨਾਲ ਜਿਸ ਮਰਦ ਦਾ ਕੱਦ ਮਾਪ ਲਵਾਂ ਤਾਂ ਫਿਰ ਜਿਸਮ ਨੂੰ ਕਿਵੇਂ ਦਾਅ 'ਤੇ ਲਾ ਦਿਆਂ। ਇਨਸਾਨੀ ਕੁਰਾਨ ਦੀ ਆਰਜ਼ੂ ਕਰਨ ਵਾਲੀ ਸਾਰਾ ਨੇ ਆਪਣੇ ਲਹੂ ਦੀ ਸ਼ਾਹੀ ਨਾਲ ਲਿਖਿਆ, ਉਸ ਘਰ ਵਿੱਚ ਮੈਂ 3 ਵਰ੍ਹੇ ਰਹੀ। ਸੱਸ ਬੋਟੀਆਂ ਗਿਣ ਕੇ ਰੱਖਿਆ ਕਰਦੀ ਸੀ। ਮੈਂ ਘਰ ਤੋਂ ਬਾਹਰ ਕਦਮ ਕੱਢਣਾ ਨਹੀਂ ਜਾਣਦੀ ਸਾਂ। ਅਵਲ ਤਾਂ ਬੁਰਕਾ ਪਾਇਆ ਕਰਦੀ, ਇਕੱਲੀ ਬਾਹਰ ਨਹੀਂ ਨਿਕਲਿਆ ਕਰਦੀ ਸਾਂ। ਉਸੇ ਘਰ ਦਾ ਇੱਕ ਵਾਕਿਆ ਯਾਦ ਆ ਰਿਹਾ ਹੈ। ਲਗਭਗ ਰਾਤ ਦੇ 8 ਵਜੇ ਮੇਰੇ ਭਰਾ ਨੇ ਆ ਕੇ ਮੈਨੂੰ ਇਤਲਾਹ ਦਿੱਤੀ ਕਿ ਵਾਲਿਦ ਸਾਹਿਬ ਦਾ ਇੰਤਕਾਲ ਹੋ ਗਿਆ। ਮੈਂ ਜਨਾਜ਼ੇ ਵਿੱਚ ਸ਼ਿਰਕਤ ਦੇ ਲਈ ਤਿਆਰੀ ਕਰਨ ਲੱਗੀ। ਮੇਰੇ ਸ਼ੌਹਰ ਨੇ ਕਿਹਾ, ਤੂੰ ਜਨਾਜ਼ੇ ਵਿੱਚ ਸ਼ਰੀਕ ਨਹੀਂ ਹੋ ਸਕਦੀ। ਅੱਜ ਇਨਸਾਨ ਨਹੀਂ, ਇੱਕ ਕੁੱਤਾ ਮਰ ਗਿਆ ਹੈ। ਮੈਂ ਕਿਹਾ, ਜ਼ਿਆਦਾ ਖਵਾਸ ਦੀ ਲੋੜ ਨਹੀਂ, ਮੈਂ ਤਾਂ ਜ਼ਰੂਰ ਜਾਵਾਂਗੀ। ਇਸ 'ਤੇ ਉਹਨੇ ਪਾਈਪ ਨਾਲ ਮੈਨੂੰ ਇੰਨਾ ਕੁੱਟਿਆ ਕਿ ਮੈਂ ਬੇਹੋਸ਼ ਹੋ ਗਈ। ਜਿਸ ਵੇਲੇ ਮੈਨੂੰ ਹੋਸ਼ ਆਇਆ ਉਦੋਂ ਰਾਤ ਦੇ 2 ਵੱਜ ਰਹੇ ਸਨ। ਮੈਂ ਕੰਧ ਟੱਪੀ ਤੇ ਭੱਜਦੀ ਹੋਈ ਆਪਣੇ ਬਾਪ ਦੇ ਜਨਾਜ਼ੇ ਤੱਕ ਪਹੁੰਚੀ ਤੇ ਅਰਥੀ ਨਾਲ ਜਾ ਚਿੰਬੜ ਕੇ ਰੋਣ ਲੱਗੀ। ਘਰ ਵਾਪਸ ਆਈ, ਸ਼ੌਹਰ ਸਾਹਿਬ ਨੇ ਮੈਨੂੰ ਫਿਰ ਪਾਈਪ ਨਾਲ ਕੁੱਟਿਆ। ਮੇਰੇ ਨਾਲ ਹੀ ਨਹੀਂ, ਪੂਰੀ ਸੁਸਾਇਟੀ ਔਰਤ ਨਾਲ ਇਹੀ ਸਲੂਕ ਕਰਦੀ ਹੈ। ਬਸ ਕਿਤੇ ਕਿਤੇ ਦੁਪੱਟਿਆਂ ਦਾ ਰੰਗ ਬਦਲ ਜਾਂਦਾ ਹੈ। ਅਸੀਂ ਤਾਂ ਬੇਆਸ ਦੀਆਂ ਅੱਖਾਂ ਹਾਂ ਤੇ ਕਹਿੰਦੇ ਹਨ ਕਿ ਔਰਤ ਤਾਂ ਖੇਤੀ ਹੁੰਦੀ ਹੈ। ਉਹਨਾਂ ਤੋਂ ਪੁੱਛੋ, ਕਦੇ ਕਿਸੇ ਕਿਸਾਨ ਨੇ ਆਪਣੀ ਖੇਤੀ ਨੂੰ ਉਜਾੜਿਆ ਹੈ? ਕਿਸਾਨ ਦੀ ਤਾਂ ਪੂਰੀ ਜ਼ਿੰਦਗੀ ਦਾ ਦਾਰੋਮਦਾਰ ਖੇਤੀ 'ਤੇ ਹੁੰਦਾ ਹੈ। ਸਮਾਜ ਦੇ ਮੁਅੱਜਿਜ਼ ਲੋਕਾਂ ਉੱਤੇ ਸਾਰਾ ਇੱਕ ਕਦੀਮੀ ਔਰਤ ਵਾਂਗ ਹੱਸੀ ਤੇ ਫਿਰ ਰੋਈ। ਉਹਨੇ ਮੁਅੱਜਿਜ਼ ਲੋਕਾਂ ਨੂੰ ਮੁਖਾਤਿਬ ਹੋ ਕੇ ਲਿਖਿਆ, ਤੁਹਾਡੇ ਚਿੱਟੇ ਕੱਪੜਿਆਂ 'ਤੇ ਕਦੇ ਮੌਸਮ ਨਹੀਂ ਆਉਂਦਾ, ਸਿਰਫ ਕੁਝ ਚਿੱਟੇ ਧੱਬੇ ਬੁੱਢੇ ਹੋ ਜਾਂਦੇ ਹਨ ਤੇ ਇਕਰਾਰਾਂ ਵਿੱਚ ਗੁਆਚੇ ਇਨਕਾਰਾਂ ਨੇ ਮੇਰਾ ਖੁਦਾ ਮਾਰ ਦਿੱਤਾ ਹੈ। ਤੇ ਇਸ ਨਜ਼ਮ ਦੇ ਇਲਾਵਾ ਉਹਨੇ ਮੈਨੂੰ ਤਫਸੀਲ ਨਾਲ ਲਿਖਿਆ, ਜਦੋਂ ਪਹਿਲੀ ਵਾਰ ਮੇਰੇ ਤੋਂ ਬੱਚੇ ਖੋ ਕੇ ਲੈ ਗਿਆ ਸੀ ਮੀਆਂ ਵਾਲੀ, ਤਾਂ ਮੈਂ ਹੱਦ ਤੋਂ ਜ਼ਿਆਦਾ ਪਰੇਸ਼ਾਨ ਸੀ। ਮੈਂ ਇਕੱਲੀ ਹੀ ਮੀਆਂ ਵਾਲੀ ਪਹੁੰਚੀ। ਅਣਜਾਣ ਰਸਤੇ, ਅਜੀਬ ਤਰ੍ਹਾਂ ਦੇ ਲੋਕ ਤੇ ਮੇਰੇ ਕੋਲ ਸਰਨਾਮਾ ਤੱਕ ਨਹੀਂ ਸੀ। ਬਸ ਇੰਨਾ ਹੀ ਜਾਣਦੀ ਸਾਂ ਕਿ ਚਸ਼ਮਾ ਬਿਰਾਜ਼ ਦੇ ਕੰਢੇ ਨੇੜੇ ਘਰ ਹੈ। ਮੈਂ ਪਹਿਲਾਂ ਚਸ਼ਮਾ ਬਿਰਾਜ਼ ਦੇ ਕੰਢੇ 'ਤੇ ਖੜੀ ਹੋ ਗਈ ਤੇ ਕਿਹਾ, ਵੇ ਬਿਰਾਜ਼, ਤੂੰ ਤਾਂ ਮੇਰੇ ਨਾਲ ਏ ਨਾ?
ਅੱਜ ਮੇਰੇ ਲਈ ਤੂੰ ਦੁਆ ਕਰੀ। ਅੱਜ ਮੈਂ ਕੋਈ ਦੁਆ ਨਹੀਂ ਮੰਗਾਂਗੀ ਕਿ ਮਾਵਾਂ ਦੁਆਵਾਂ ਤੋਂ ਵੱਡੀਆਂ ਹੁੰਦੀਆਂ ਨੇ। ਫਿਰ ਬਹੁਤ ਮੁਸ਼ਕਲ ਨਾਲ ਘਰ ਮਿਲਿਆ। ਮੈਂ ਬੂਹਾ ਠਕੋਰਿਆ। ਅੰਦਰੋਂ ਮੇਰਾ ਸ਼ੌਹਰ ਨਿਕਲਿਆ, ਕੁੱਤੀ ਤੂੰ ਇੱਥੇ ਵੀ ਪਹੁੰਚ ਗਈ? ਮੈਂ ਕਿਹਾ, ਹਾਂ ਜਾਸ਼ਦੀਦ, ਮੈਂ ਇੱਥੇ ਵੀ ਪਹੁੰਚ ਗਈ। ਕਿਸ ਲਈ ਆਈ ਏ? ਮੈਨੂੰ ਮੇਰਾ ਹੱਕ ਮਿਹਰ ਦੇ ਤੇ ਮੇਰੇ ਬੱਚੇ ਦੇ ਦੇ। ਤੂੰ ਇਸ ਕਾਬਲ ਕਿੱਥੇ ਕਿ ਤੈਨੂੰ ਹੱਕ ਮਿਹਰ ਦਿੱਤਾ ਜਾਏ, ਤੇ ਬੱਚੇ ਤਾਂ ਤੈਨੂੰ ਵੇਖਣ ਦਾ ਵੀ ਹੱਕ ਨਹੀਂ ਦਿਆਂਗਾ। ਮੈਂ ਕਿਹਾ, ਅੱਛਾ, ਤਾਂ ਮੈਂ ਹੱਕ ਮਿਹਰ ਤੇ ਬੱਚੇ ਵਸੂਲ ਕਰਕੇ ਰਹਾਂਗੀ। ਮੈਂ ਫਿਰ ਆਵਾਂਗੀ। ਰਾਤ ਬਹੁਤ ਹੋ ਗਈ ਸੀ, ਰਹਿਣ ਲਈ ਕੋਈ ਥਾਂ ਨਹੀਂ ਸੀ। ਇਤਫਾਕ ਨਾਲ ਇੱਕ ਆਖਰੀ ਬੱਸ ਮਿਲ ਗਈ। ਉਸ 'ਤੇ ਸਵਾਰ ਹੋ ਗਈ, ਕਿਉਂਕਿ ਮੀਆਂਵਾਲੀ ਵਿੱਚ ਨਾ ਰਿਕਸ਼ਾ ਚੱਲਦਾ ਸੀ ਤੇ ਨਾ ਕੋਈ ਹੋਰ ਸਵਾਰੀ। ਰਸਤੇ ਵਿੱਚ ਬੱਸ ਖਰਾਬ ਹੋ ਗਈ। ਬੱਸ ਵਿੱਚ ਸਿਰਫ ਮੈਂ ਹੀ ਇਕੱਲੀ ਔਰਤ ਸਾਂ। ਮੈਂ ਸੋਚਣ ਲੱਗੀ, ਹੁਣ ਮੈਂ ਕਿੱਥੇ ਜਾਵਾਂ? ਬਾਰਿਸ਼ ਵੀ ਬਹੁਤ ਹੋ ਰਹੀ ਸੀ। ਉਹ ਥਾਂ ਇੱਕ ਪਿੰਡ ਸੀ। ਮੈਨੂੰ ਇੱਕ ਮਜ਼ਦੂਰ ਨਜ਼ਰ ਆਇਆ। ਮੈਂ ਉਹਨੂੰ ਬੁਲਾਇਆ ਤੇ ਕਿਹਾ, ਇੱਥੇ ਨੇੜੇ ਕੋਈ ਰੇਲਵੇ ਸਟੇਸ਼ਨ ਹੈ? ਉਹਨੇ ਕਿਹਾ, ਉਹ ਤਾਂ ਇੱਥੋਂ 3 ਮੀਲ ਦੇ ਫਾਸਲੇ 'ਤੇ ਹੈ। ਮੈਂ ਕਿਹਾ, ਮੈਂ ਤੈਨੂੰ 50 ਰੁਪਏ ਦਿਆਂਗੀ, ਤੂੰ ਮੈਨੂੰ ਸਟੇਸ਼ਨ ਤੱਕ ਛੱਡ ਆ। ਉਹਨੇ ਹੈਰਾਨੀ ਨਾਲ ਕਿਹਾ, ਤੁਸੀਂ ਸ਼ਹਿਰੀ ਕੁੜੀ ਹੋ ਤੇ ਇੰਨੀ ਦੂਰ ਤੱਕ ਚੱਲ ਸਕੋਗੇ? ਫਿਰ ਅਸੀਂ ਤੁਰਦੇ ਤੁਰਦੇ ਸਟੇਸ਼ਨ ਤੱਕ ਪਹੁੰਚ ਹੀ ਗਏ। ਸਟੇਸ਼ਨ ਉੱਤੇ ਬਹੁਤ ਸਨਾਟਾ ਸੀ, ਕੋਈ ਵੀ ਨਹੀਂ ਸੀ। ਤੇ ਇੱਕ ਖਬਰ ਗਰਮ ਸੀ ਕਿ ਇਸ ਇਲਾਕੇ ਵਿੱਚ ਲੋਕ ਦਿਨ ਦਿਹਾੜੇ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਨੇ ਤੇ 500 ਰੁਪਏ ਦੀ ਖਾਤਰ ਤਾਂ ਇਨਸਾਨ ਨੂੰ ਕਤਲ ਵੀ ਕਰ ਦਿੰਦੇ ਨੇ। ਮੈਂ ਰੈਸਟ ਹਾਊਸ ਅੰਦਰ ਚਲੀ ਗਈ ਤੇ ਅੰਦਰੋਂ ਕੁੰਡੀ ਲਾ ਲਈ। ਮੈਨੂੰ ਕੋਈ ਡਰ ਖੌਫ ਮਹਿਸੂਸ ਨਹੀਂ ਹੋਇਆ। ਮੈਂ ਆਪਣੇ ਕਾਗਜ਼ ਕੱਢੇ ਤੇ ਲਿਖਣ ਬਹਿ ਗਈ। ਕਰਾਚੀ ਪਹੁੰਚੀ। ਸ਼ੌਹਰ ਨੇ ਜਿਹੜਾ ਮਕਾਨ ਮੇਰੇ ਨਾਂ ਕੀਤਾ ਸੀ, ਹੁਣ ਮੁਨਕਰ ਸੀ। ਉਹਨੂੰ ਬਹੁਤ ਮੁਸ਼ਕਲ ਨਾਲ ਖਾਲੀ ਕਰਵਾਇਆ ਤੇ 1 ਲੱਖ ਰੁਪਏ ਵਿੱਚ ਉਹਨੂੰ ਫਰੋਖਤ ਕਰ ਦਿੱਤਾ। ਰਕਮ ਬਰੀਫਕੇਸ ਵਿੱਚ ਰੱਖੀ ਤੇ ਮੀਆਂਵਾਲ ਦਾ ਟਿਕਟ ਲਿਆ। ਹਵਾਈ ਜਹਾਜ਼ ਰਾਹੀਂ ਸਿਰਫ 1.5 ਘੰਟਾ ਲੱਗਿਆ। ਮੀਆਂਵਾਲੀ ਪਹੁੰਚੀ, ਬੂਹਾ ਠਕੋਰਿਆ। ਉਹਨੇ ਕਿਹਾ, ਅੰਦਰ ਆ ਜਾ। ਰਕਮ ਮੈਂ ਇੱਕ ਹੋਟਲ ਵਿੱਚ ਰੱਖ ਆਈ ਸੀ। ਮੈਂ ਕਿਹਾ, ਸ਼ੌਹਰ ਸਾਹਿਬ, ਮੈਂ ਤੇਰੇ ਤੋਂ ਦੂਣਾ ਹੱਕ ਮਿਹਰ ਵਸੂਲ ਕਰ ਲਿਆ ਹੈ। ਉਹ ਮੁਸਕਰਾਉਂਦਿਆਂ ਉੱਠਿਆ ਤੇ ਜਿਉਂ ਹੀ ਮੈਂ ਵਿਹੜੇ ਵਿੱਚ ਪੈਰ ਰੱਖਿਆ, 2 ਆਦਮੀ ਸਨ ਤੇ ਦੋਹਾਂ ਦੇ ਹੱਥਾਂ ਵਿੱਚ ਰਾਈਫਲਾਂ ਸਨ ਤੇ ਉਹ ਮੇਰੇ ਉੱਤੇ ਨਿਸ਼ਾਨਾ ਕਰੀ ਖੜੇ ਸਨ। ਸ਼ੌਹਰ ਨੇ ਕਿਹਾ, ਰਕਮ ਕਿੱਥੇ ਵੇ? ਮੈਂ ਕਿਹਾ, ਸੌਦੇਬਾਜ਼ੀ ਕਰ ਲੈ, ਰਕਮ ਲੈ ਲੈ ਤੇ ਬੱਚੇ ਦੇ ਦੇ। ਉਹ ਬੋਲਿਆ, ਇਹ ਤੇਰੀ ਭੁੱਲ ਏ, ਸ਼ਰਾਫਤ ਨਾਲ ਰਕਮ ਦੇ ਦੇ, ਨਹੀਂ ਤਾਂ ਤੇਰਾ ਜਿਸਮ ਹੁਣੇ ਗੋਲੀਆਂ ਨਾਲ ਵਿੰਨ ਦਿਆਂਗਾ। ਮੇਰੇ ਬੱਚੇ ਮੇਰੇ ਆਲੇ ਦੁਆਲੇ ਘੁੰਮ ਰਹੇ ਸਨ, ਪਰ ਮੈਂ ਉਹਨਾਂ ਨੂੰ ਪਿਆਰ ਵੀ ਨਹੀਂ ਕਰ ਸਕਦੀ ਸਾਂ। ਉਹਨਾਂ ਵਿੱਚੋਂ ਇੱਕ ਆਦਮੀ ਜ਼ਰਾ ਜਿਹਾ ਤ੍ਰਭਕਿਆ ਤਾਂ ਮੈਂ ਬੂਹੇ ਤੋਂ ਬਾਹਰ ਨਿਕਲ ਗਈ ਤੇ ਮੈਦਾਨ ਵਿੱਚ ਤੇਜ਼ੀ ਨਾਲ ਨੱਸਣ ਲੱਗੀ। ਗੋਲੀਆਂ ਦੀ ਵਾਛੜ ਹੋ ਰਹੀ ਸੀ। ਕਦੇ ਕੋਈ ਸਣਸਣਾਉਂਦੀ ਹੋਈ ਮੇਰੇ ਖੱਬੇ ਤੇ ਕਦੇ ਸੱਜੇ ਤੇ ਕਦੇ ਸਿਰ ਉੱਪਰੋਂ ਲੰਘ ਜਾਂਦੀ। ਇੰਨੇ ਵਿੱਚ ਇੱਕ ਜੀਪ ਰੁਕੀ ਤੇ ਕਿਸੇ ਨੇ ਮੈਨੂੰ ਚੁੱਕ ਕੇ ਗੱਡੀ ਵਿੱਚ ਸੁੱਟ ਲਿਆ ਤੇ ਜੀਪ ਤੇਜ਼ੀ ਨਾਲ ਚੱਲਣ ਲੱਗੀ। ਮੈਨੂੰ ਹੋਰ ਕੋਈ ਦੁੱਖ ਨਹੀਂ ਸੀ, ਸਿਰਫ ਇਸ ਦੇ ਕਿ ਕਾਸ਼ ਮੈਂ ਆਪਣੇ ਬੱਚਿਆਂ ਨੂੰ ਗਲੇ ਲਾ ਸਕਦੀ। ਮੈਂ ਰੋ ਰਹੀ ਸੀ ਕਿ ਅਚਾਨਕ ਮੇਰੇ ਸਿਰ ਉੱਤੇ ਕਿਸੇ ਨੇ ਹੱਥ ਰੱਖਿਆ। ਧੀਏ, ਮੈਂ ਤ੍ਰਭਕੀ। ਮੈਂ ਵੇਖਿਆ ਮੈਨੂੰ ਬਚਾਉਣ ਵਾਲਾ ਇੱਕ ਮੇਜਰ ਹੈ। ਮੈਂ ਉਹਦਾ ਬਹੁਤ ਬਹੁਤ ਸ਼ੁਕਰੀਆ ਅਦਾ ਕੀਤਾ। ਮੇਜਰ ਨੇ ਮੇਰੀ ਰਾਮ ਕਹਾਣੀ ਸੁਣਨ ਮਗਰੋਂ ਕਿਹਾ, ਧੀਏ, ਅਸੀਂ ਪੇਂਡੂ ਲੋਕ ਔਲਾਦ ਤੋਂ ਜ਼ਿਆਦਾ ਇੱਜ਼ਤ ਨੂੰ ਅਹਿਮੀਅਤ ਦਿੰਦੇ ਹਾਂ। ਤੂੰ ਕਿਉਂ ਜ਼ਲੀਲ ਹੁੰਨੀ ਏ? ਤੇ ਮੈਂ ਖਾਮੋਸ਼ੀ ਨਾਲ ਇੱਜ਼ਤ 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 ਲਫ਼ਜ਼ ਨੂੰ ਦੁਹਰਾਉਂਦੀ ਰਹੀ। ਗਜਰੇ ਦੇ 3 ਫੁੱਲ। ਸਾਰਾ ਦੀ ਇੱਕ ਨਜ਼ਮ ਦਾ ਇੱਕ ਟੁਕੜਾ ਡਾਕ ਰਾਹੀਂ ਮਿਲਿਆ। 22 ਮਈ 1981 ਦਾ ਲਿਖਿਆ ਹੋਇਆ ਤੇ ਸਰਨਾਮੇ ਦੀ ਥਾਂ ਲਿਖਿਆ ਹੋਇਆ ਸੀ, ਲਿਆਕਤ ਹਸਪਤਾਲ ਕਰਾਚੀ। ਕੀ ਸਾਰਾ ਹਸਪਤਾਲ ਵਿੱਚ ਹੈ? ਮੈਂ ਚੰਗੀ ਤਰ੍ਹਾਂ ਉਰਦੂ ਨਹੀਂ ਪੜ੍ਹ ਸਕਦੀ। ਇੱਕ ਅੰਦਾਜ਼ੇ ਨਾਲ ਸਾਰਾ ਦਾ ਨਾਂ ਪੜ੍ਹਿਆ ਤੇ ਹਸਪਤਾਲ ਦਾ ਨਾਂ ਤੇ ਲੱਗਿਆ ਨਜ਼ਮ ਦੇ ਹਰਫ ਮੇਰੀਆਂ ਅੱਖਾਂ ਵਿੱਚ ਪਾਣੀ ਦਾ ਟੇਪਾ ਟੇਪਾ ਹੋ ਰਹੇ ਹਨ। ਚੁੱਪਚਾਪ ਨਜ਼ਮ ਵਾਲਾ ਕਾਗਜ਼ ਅਮਰੋਜ਼ ਵੱਲ ਵਧਾ ਦਿੱਤਾ, ਪਰ ਵੇਖਿਆ ਉਹਨਾਂ ਦੇ ਹੱਥਾਂ ਵਿੱਚ ਵੀ ਇੱਕ ਕਾਗਜ਼ ਹੈ, ਦੂਜੇ ਲਿਫਾਫੇ 'ਚੋਂ ਕੱਢਿਆ ਹੋਇਆ, ਜਿਹਨੂੰ ਪੜ੍ਹਦਿਆਂ ਉਹਨਾਂ ਦਾ ਚਿਹਰਾ ਲੱਥ ਗਿਆ। ਉਹ ਬੋਲੇ, ਇਹ ਸਾਰਾ ਦਾ ਖਾਤੇ 23 ਮਈ ਦਾ ਲਿਖਿਆ ਹੋਇਆ ਉਹ ਲਿਆਕਤ ਹਸਪਤਾਲ ਵਿੱਚ ਹੈ। ਲਿਖਦੀ ਏ, ਅਮਰਤਾ, ਬਹੁਤ ਬਿਮਾਰ ਹਾਂ, ਬਿਜਲੀ ਨਾਲ ਇਲਾਜ ਹੋ ਰਿਹਾ ਹੈ। ਅਸਾਬ 'ਤੇ ਬਹੁਤ ਮਾੜਾ ਅਸਰ ਪਿਆ ਹੈ। ਕਦੇ ਕਦੇ ਹੱਥ ਕੰਬਦੇ ਹਨ, ਜ਼ੁਬਾਨ ਕੰਬਦੀ ਹੈ। ਹੁਣ ਸ਼ਾਇਦ ਜਿਸਮ ਵੀ ਮਫਰੂਰੀ ਦੀ ਹਾਲਤ ਵਿੱਚ ਹੈ।
ਵਾਰਡ ਵਿੱਚ ਕੋਈ ਕਿਸੇ ਨੂੰ ਨਹੀਂ ਮਿਲ ਰਿਹਾ, ਸਭ ਵਿਛੜ ਰਹੇ ਹਨ। ਮੈਂ ਹੱਥ ਅੱਡੀ ਖਾਮੋਸ਼ ਬੈਠੀ ਹਾਂ। ਅੰਮੀ ਦੱਸਦੇ ਹਨ ਕਿ ਜਦੋਂ ਮੈਨੂੰ ਦੌਰਾ ਪਿਆ ਤਾਂ ਮੈਂ ਬੇਹੋਸ਼ ਹੋ ਗਈ। ਉਸ ਤੋਂ ਬਾਅਦ ਚੀਕਾਂ ਮਾਰੀਆਂ ਤੇ 4 ਦਿਨਾਂ ਤੱਕ ਕਿਸੇ ਨੂੰ ਪਹਿਚਾਣਦੀ ਨਹੀਂ ਸਾਂ। ਰਾਤ ਨੂੰ ਟਹਿਲਣਾ ਤੇ ਬਹੁਤ ਟਹਿਲਣਾ। ਹੋਰ ਤਾਂ ਹੋਰ ਰਸਤਾ ਭੁੱਲਣ ਲੱਗੀ ਹਾਂ, ਚਿਹਰੇ ਭੁੱਲਣ ਲੱਗੀ ਹਾਂ। ਅੰਸ਼ਾਰ ਲਿਖਦਿਆਂ ਕਹਿੰਦੀ ਹਾਂ, ਖੌਰੇ ਕੀ ਲਿਖਣ ਲੱਗੀ ਸਾਂ ਤੇ ਕੀ ਲਿਖ ਰਹੀ ਹਾਂ। ਰਿਪੋਰਟ ਪੜ੍ਹੀ ਤਾਂ ਦਿਮਾਗੀ ਰਿਪੋਰਟ ਵਿੱਚ ਲਿਖਿਆ ਸੀ, ਅਗਲਾ ਦੌਰਾ ਖਤਰਨਾਕ ਹੋ ਸਕਦਾ ਹੈ। 2 ਮਿੰਟ ਤਾਂ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਲੱਗਿਆ, ਹਰ ਚੀਜ਼ ਨੂੰ ਗੌਰ ਨਾਲ ਵੇਖਣ ਲੱਗੀ। ਇਹ ਕਹੀ ਦਾਈ ਆਈ ਹੈ ਕਿ ਪੀੜ ਹੀ ਨਹੀਂ ਹੋਈ। ਅਜੇ ਤਾਂ ਮੈਂ ਲਿਖਣਾ ਸੀ, ਮੌਤ ਦੀ ਮੈਂ ਬਹੁਤ ਚੁਗਲੀ ਖਾਧੀ ਹੈ। ਫਿਰ ਤਾਂ ਇਹ ਹੱਕ ਤੇ ਹੈ, ਪਰ ਇਹ ਕੀ ਕਾਇਦਾ ਹੈ ਕਿ ਮੇਰੇ ਹਵਾਸ ਗੁਆਚ ਰਹੇ ਹਨ। ਹੱਥ ਰੁਕ ਗਿਆ ਤਾਂ ਅਲਵਿਦਾ ਕਿਵੇਂ ਆਖਾਂਗੀ। ਹਰ ਦਰਵਾਜ਼ੇ 'ਤੇ ਦਸਤਕ ਦਿੰਦਾ ਹੈ ਉਹ ਕਾਲਾ ਫਕੀਰ, ਤੇ ਜੇਕਰ ਪਾਗਲ ਹੋ ਗਈ ਤਾਂ ਲੋਕ ਇਲਜ਼ਾਮ ਕਿੱਥੇ ਰੱਖਿਆ ਕਰਨਗੇ। ਮੇਰੇ ਕੁਤਬੇ 'ਤੇ ਖਾਮੋਸ਼ੀਆਂ ਲਿਖ ਦੇਣਾ, ਖਾਮੋਸ਼ੀ ਵਿੱਚ ਸੱਚ ਤੇ ਝੂਠ ਦਾ ਕੀ ਸਵਾਲ। ਅਜੇ ਤਾਂ ਮੈਂ ਲਿਖਣਾ ਸ਼ੁਰੂ ਕੀਤਾ ਸੀ। ਇਹ ਕਿਵੇਂ ਹੋਇਆ, ਕਿਵੇਂ ਔਕਾਤ ਦੀ ਪੱਕੀ ਹਾਂ, ਇਸ ਲਈ ਜ਼ਖਮੀ ਹਾਂ। ਮੇਰੇ ਹੱਥ ਫਾਇਦਾ ਚੁੱਕਣ ਦੇ ਕਾਬਲ ਨਹੀਂ ਸਨ। ਕੀ ਅਜਿਹੇ ਲੋਕ ਫਰਾਮੋਸ਼ ਕਰ ਦਿੱਤੇ ਜਾਂਦੇ ਹਨ? ਜਾਂ ਤਾਂ ਰਸਤਾ ਜ਼ਾਹਿਲ ਰਿਹਾ ਹੋਏਗਾ ਜਾਂ ਮੇਰਾ ਕਦਮ ਜ਼ਾਹਿਲ ਰਿਹਾ ਹੋਏਗਾ। ਪਰ ਅਧੂਰੀ ਸ਼ਿਕਸਤ ਬਹੁਤ ਬੁਰੀ ਹੁੰਦੀ ਹੈ। ਵੇਖੋ, ਲੋਕ ਅੱਧਾ ਹੱਥ ਮੇਰੇ ਹੱਥ ਵਿੱਚ ਛੱਡ ਗਏ ਹਨ। ਹਰ ਬੱਚੇ ਨੂੰ ਝੋਲੀ ਲੈਣਾ ਮੇਰੀ ਹੀ ਤਾਂ ਆਦਤ ਸੀ। ਹਰ ਸਵਾਰ ਦੀ ਧੂੜ ਧੋਣਾ ਹੀ ਤਾਂ ਮੇਰਾ ਸਫ਼ਰ ਸੀ। ਕੰਡਿਆਂ ਦਾ ਹਾਸਾ ਮੇਰਾ ਹੀ ਤਾਂ ਜੰਗਲ ਸੀ। ਕਮਰੇ ਵਿੱਚ ਇੱਕ ਕਾਲੀ ਬਿੱਲੀ ਘੁੰਮ ਰਹੀ ਹੈ। ਅਮਰਤਾ, ਇਹ ਬਿੱਲੀ ਮੇਰੇ ਤੋਂ ਜ਼ਿਆਦਾ ਆਵਾਜ਼ ਰੱਖਦੀ ਹੈ। ਮੈਂ ਤਾਂ ਡਰ ਗਈ, ਪਰ ਉਹ ਮਗਰੂਰ ਸੀ। ਸਾਰੇ ਮਰੀਜ਼ਾਂ ਦੀ ਤਵੱਜੋ ਬਣਾਉਂਦੀ ਹੋਏਗੀ। ਵਾਰਡ ਬੁਆਏ ਨੇ ਪਾਗਲ ਸਮਝ ਕੇ ਮੈਨੂੰ ਛੇੜਿਆ। ਪੈਦਲ ਤਾਂ ਸਾਰੇ ਲੋਕ ਤੁਰ ਰਹੇ ਹੁੰਦੇ ਹਨ, ਵੇਖਣਾ ਤਾਂ ਇਹ ਡਿੱਗਿਆ ਕੌਣ ਹੈ। ਵਹਿਸ਼ਤ ਹੋ ਰਹੀ ਹੈ। ਕੰਧਾਂ ਅੱਖਾਂ ਨਾਲ ਚਿਣੀਆਂ ਜਾਂਦੀਆਂ ਤਾਂ ਹੋਰ ਵਹਿਸ਼ਤ ਹੁੰਦੀ। ਠੰਡੀ ਠਾਰ ਕਬਰ ਦਾ ਸਵਾਲ ਕਰ ਰਹੀ ਹਾਂ, ਜਾਂ ਤਾਂ ਮੈਂ ਰੋਵਾਂਗੀ ਜਾਂ ਮੇਰੀ ਕਬਰ ਰੋਏਗੀ। ਅੱਧੀ ਗੱਲ ਕਹਿ ਰਹੀ ਹਾਂ, ਅੱਧੀ ਗੱਲ ਤੁਸੀਂ ਕਰਨੀ ਹੈ। ਜ਼ਹਿਨ ਦੁੱਖ ਰਸੀਦਾ ਹੋ ਗਿਆ। ਡਾਕਟਰ ਨੇ ਲਿਖਣ ਤੋਂ ਮਨ੍ਹਾ ਕੀਤਾ ਹੈ। ਘਰ ਵਾਲੇ ਵੀ ਮਨ੍ਹਾ ਕਰਦੇ ਹਨ। ਉਹ ਹੱਥ ਤੇ ਕਲਮ ਦਾ ਨਾਰਾ ਨਹੀਂ ਜਾਣਦੇ। ਕਾਲਾ ਆਦਮੀ ਜਦ ਆਏਗਾ ਕਹਿ ਦੇਵਾਂਗੀ, ਮੇਰੀ ਜੁੱਤੀ ਤੂੰ ਨਾ ਤਾਰੀ, ਮੈਂ ਖੁਦ ਹੀ ਲਾ ਲਵਾਂਗੀ। ਫਿਰ ਉਹ ਮੇਰਾ ਹਿਸਾਬ ਲਏਗਾ ਤੇ ਮੈਂ ਆਪਣੀ ਕਿਤਾਬ ਦੇ ਦੇਵਾਂਗੀ। ਜਿਸ ਦਿਨ ਮਿੱਟੀ ਵਿੱਚ ਮੈਂ ਡੋਲ ਗਈ, ਆਸਮਾਨ ਦੇ ਹੱਥ ਤੋਂ ਅਰਸ਼ ਡਿੱਗ ਜਾਏਗਾ। ਮੈਂ ਇੰਨੀਆਂ ਨੇਕੀਆਂ ਬਸਰ ਕੀਤੀਆਂ ਹਨ ਜਿੰਨੀ ਵਾਰ ਕਿ ਕੁਰਾਨ ਵਿੱਚ ਸ਼ੈਤਾਨ ਦਾ ਜ਼ਿਕਰ ਹੈ। ਆਸਮਾਨ ਤੇ ਜ਼ਮੀਨ ਵਿੱਚ ਕਿੰਨਾ ਫਰਕ ਹੈ। ਕੁਤਬੇ ਵਾਲੇ ਨਮਾਜ਼ ਤਾਂ ਪੜ੍ਹਦੇ ਨਹੀਂ। 100-125 ਨੇਜੇ ਦੇ ਬਾਅਦ ਇਨਸਾਨ ਰਹੇਗਾ। ਇਹ ਸਾਰੀ ਅੱਗ ਕੂੜੇ ਕਬਾੜੇ 'ਤੇ ਲੱਗੀ ਹੈ। ਦੱਸੋ, ਬੇਵਕੂਫੀ ਦੇ ਵੀ ਹੱਥ ਵੱਡੇ, ਲੰਮੇ ਕੱਦ ਤੇ ਛੋਟੇ ਪੈਰ। ਮੌਤ ਦੇ ਚਸਕੇ ਲੈਣ ਵਾਲਾ ਗਫੂਰ ਔਰ ਰਹੀਮ ਹੈ। ਜਹੀ ਝੁੱਗੀ ਤੇ ਹੀ ਛਾਂ। ਫਿਰ ਇਨਸਾਨ ਤੋਂ ਮਹਿੰਗਾ ਤਾਂ ਰਾਜ਼ ਹੋਇਆ। ਗੈਬ ਦੀ ਲਾਠੀ ਨਾਲ ਸਾਨੂੰ ਬੰਨ੍ਹਿਆ ਗਿਆ ਹੈ। ਸਫ਼ਰ ਖੇਡਿਆ ਜਾ ਰਿਹਾ ਹੈ, ਪਰ ਗੇਂਦ ਨੂੰ ਨਹੀਂ ਦੁਹਰਾ ਸਕਦੇ। ਪਹਿਲਾਂ ਤਾਂ ਅੱਖ ਤੇ ਕੰਨ ਕੁਤਰਾਂਗੀ ਕਿ ਉਹ ਜ਼ਿਆਦਾ ਕਿਉਂ ਸੁਣਦੀ ਹੈ। ਖੂਹ ਦੀ ਪਿਆਸ ਰੱਸੀ ਨਹੀਂ, ਜ਼ਮੀਨ ਬੁਝਾਉਂਦੀ ਹੈ। ਇਸ ਹੱਦ ਤੱਕ ਲੋਕ ਮਰੇ, ਪਰ ਲਹਿਰਾਂ ਦੀ ਚੋਰੀ ਨਾਲ ਕਿਹੜਾ ਸਮੁੰਦਰ ਕਮਜ਼ੋਰ ਹੋ ਜਾਏਗਾ। ਪੀੜ ਹੋ ਰਹੀ ਹੈ, ਉੱਠ ਕੇ ਦਵਾਈ ਖਾ ਲਵਾਂ। ਜ਼ਿੰਦਾ ਰਹੀ ਤਾਂ ਫਿਰ ਆਵਾਂਗੀ, ਤੇਰੀ ਸਾਰਾ ਸ਼ਗੁਫਤਾ। ਖੱਤ ਸੁਣਿਆ ਤਾਂ ਮੇਰੀ ਆਵਾਜ਼ ਤੜਫ ਗਈ। ਸਾਰਾ ਹੋਵੇਗਾ ਕੋਈ ਉਹ ਸਮੁੰਦਰ ਜਿਹੜਾ ਲਹਿਰਾਂ ਦੀ ਚੋਰੀ ਤੋਂ ਕਮਜ਼ੋਰ ਨਹੀਂ ਹੁੰਦਾ, ਪਰ ਦੋਸਤੀ ਤੇ ਮੁਹੱਬਤ ਦਾ ਮੇਰਾ ਸਮੁੰਦਰ ਤੇਰੇ ਜਿਹੀ ਲਹਿਰ ਦੀ ਚੋਰੀ ਨਾਲ ਸੁੱਕ ਜਾਏਗਾ। ਉਸ ਵੇਲੇ ਮੇਰੇ ਸਮੁੰਦਰ ਵਿੱਚ ਇੱਕ ਤੂਫਾਨ ਬਰਪਾ ਗਿਆ। ਇਹ ਕਿਹਾ ਹਸਪਤਾਲ ਹੈ ਜਿੱਥੇ ਮਰੀਜ਼ ਨੂੰ ਪਾਗਲ ਸਮਝ ਕੇ ਛੇੜਨ ਵਾਲੇ ਹਸਪਤਾਲ ਦੇ ਕਰਮਚਾਰੀ ਪਾਗਲ ਨਹੀਂ ਕਰਾਰ ਦਿੱਤੇ ਜਾਂਦੇ। ਇਮਰੋਜ਼ ਦੀ ਆਵਾਜ਼ ਇਸ ਤੂਫਾਨ 'ਤੇ ਤਾਰੀ ਹੋ ਗਈ। ਉਹ ਸਾਰਾ ਦੀ ਨਜ਼ਮ ਪੜ੍ਹ ਰਹੇ ਸਨ। ਮੇਰੇ ਤਿੰਨੇ ਫੁੱਲ ਤਰਿਹਾਏ ਹਨ। ਮੇਰੀ ਮਾਂ ਦੇ ਹੰਝੂ ਹੁਣ ਜ਼ਮੀਨ 'ਤੇ ਡਿੱਗਣ ਲੱਗ ਪਏ ਹਨ ਤੇ ਲੋਕ ਬੇਹਤਾਸ਼ਾ ਹੱਸਣ ਲੱਗ ਪਏ ਹਨ। ਮੇਰੇ ਕੋਲ ਮੌਤ ਦੇ ਹੋਰ ਵੀ 7 ਦਿਨ ਹਨ।
ਇਨ੍ਹਾਂ ਸੱਤ ਜਿਨ੍ਹਾਂ ਨੂੰ ਪਰੋ ਨਹੀਂ ਸਕਦੀ। ਅਲਵਿਦਾ ਕੀ ਇੰਝ ਹੁੰਦੀ ਹੈ ਕਿ ਮੇਰਾ ਹੱਥ ਹੁਣ ਰੋਕਣ ਵਾਲਾ ਹੈ। ਮੇਰੀ ਕਮੀਜ਼ ਦੇ ਧਾਗਿਆਂ ਨਾਲ ਦਾਸਤਾਨਾਂ ਲਿਖੀਆਂ ਜਾਣਗੀਆਂ। ਰੋਣਾ ਨਹੀਂ ਕਿ ਮੇਰਾ ਲਹੂ ਬਹੁਤ ਉਦਾਸ ਸੀ। ਮੈਂ ਆਖਰੀ ਲਫ਼ਜ਼ ਤੋਂ ਦੌੜ ਜਾਵਾਂਗੀ ਕਾਇਦਾ ਰੱਖਣ ਲਈ। ਜਦ ਮੇਰੀ ਕਬਰ ਦਾ ਚਿਹਰਾ ਹੋ ਜਾਏ ਤਾਂ ਨੌਹਾਂ ਤੱਕ ਨੂੰ ਜ਼ਿੰਦਾ ਰੱਖਣਾ। ਮੇਰੇ ਕੁਤਬਿਆਂ ਉੱਤੇ ਫੁੱਲਾਂ ਨੂੰ ਨਾ ਦੁਹਰਾਣਾ ਕਿ ਲਿਆਉਣਾ ਤਾਂ ਲਫ਼ਜ਼ਾਂ ਦਾ ਗੁਲਦਸਤਾ ਲਿਆਉਣਾ। ਉੱਡ ਜਾਣ ਵਾਲੀਆਂ ਅੱਖਾਂ ਕਿਤੇ ਨਾ ਕਿਤੇ ਵਰ ਰਹੀਆਂ ਹੁੰਦੀਆਂ ਹਨ। ਪਾਗਲ ਮੈਂ ਨਹੀਂ ਸਾਂ, ਉਹਦਾ ਕਦਮ ਸੀ ਜਿਹੜਾ ਮੇਰੇ ਲਹੂ ਵਿੱਚ ਦਾਖਲ ਹੋ ਗਿਆ ਸੀ। ਕਾਸ਼ ਮੈਂ ਅੱਖਾਂ ਤੈਨੂੰ ਬੰਨ੍ਹ ਕੇ ਦੇ ਸਕਦੀ ਕਿ ਸਭ ਤੋਂ ਜ਼ਿਆਦਾ ਫਜ਼ੂਲ ਖਰਚ ਅੱਖ ਹੁੰਦੀ ਹੈ। ਉਹ ਮੇਰੇ ਵਿੱਚ ਤੁਰਦਾ ਰਿਹਾ ਤੇ ਮੈਂ ਮੀਲ ਪੱਥਰ ਬਣ ਗਈ। ਮੌਤ ਦੇ ਸਿੱਕੇ ਚੱਲ ਨਿਕਲੇ ਤਾਂ ਖਾਮੋਸ਼ ਰਹਿਣਾ। ਮਿੱਟੀ ਜਾਗਦੀ ਹੈ। ਇਸ ਤੋਂ ਪਹਿਲਾਂ ਕਿ ਮੈਂ ਮਿੱਟੀ 'ਚ ਰਚ ਜਾਵਾਂ, ਮੇਰੇ ਨਾਲ ਇਨਸਾਫ ਕਰਨਾ। ਮੇਰੇ ਰਸਤਿਆਂ ਦੀ ਭੁੱਲ ਮੈਨੂੰ ਮਾਫ਼ ਕਰਨਾ। ਖੂਹ ਵਿੱਚ ਡੋਲਦੀ ਰੱਸੀ ਜਲ ਤਾਂ ਸਕਦੀ ਹੈ, ਤਰੇ ਨਹੀਂ ਬੁਝਾ ਸਕਦੀ। ਮੈਂ ਜਲਣਾ ਬੁਝਣਾ ਤਾਂ ਖੁਦਾ ਦੇ ਤਿਉਹਾਰ ਹਨ। ਜ਼ਿੰਦਗੀ ਤਾਂ ਪਹਿਲਾਂ ਤੋਂ ਰੁੱਸੀ ਹੋਈ ਸੀ। ਹੁਣ ਤਾਂ ਸਿਰਫ ਖੁਦਾ 'ਤੇ ਇਲਜ਼ਾਮ ਲਾਉਣ ਜਾਵਾਂਗੀ। ਉਹ ਪੁੱਛੇਗਾ ਤੈਨੂੰ ਕਿਸ ਨਾਪ ਦੀ ਜੁੱਤੀ ਆਉਂਦੀ ਹੈ। ਉਹ ਸਮੁੰਦਰ ਬਣ ਸਵਾਲ ਕਰੇਗਾ, ਮੈਂ ਚੂੰਡੀ ਬਣ ਉਹਨੂੰ ਮਹਿਦੂਦ ਕਰ ਦਿਆਂਗੀ। ਮਿੱਟੀ ਤੇ ਖੁਦਾ ਮੇਰੇ ਜਿਸਮ ਨਾਲ ਖੇਡਣਗੇ ਤੇ ਮੈਂ ਘੱਟ ਤੋਂ ਘੱਟ ਬੋਲਾਂਗੀ ਕਿ ਟੁੱਟੇ ਖਿਡੌਣੇ ਕਦੇ ਕਦਾਈ ਪੈਰਾਂ 'ਚ ਵੀ ਚੁੱਭ ਜਾਂਦੇ ਨੇ। ਖੁਦਾ ਨੇ ਮੌਤ ਦਾ ਕੱਦ ਨਾਪਿਆ ਤਾਂ ਉਹ ਖੁਦ ਸ਼ੁਮਾਰ ਹੋ ਜਾਏਗਾ। ਮੈਂ ਤੇਰੇ ਲਈ ਚਿੱਟੇ ਲਿਬਾਸ 'ਤੇ ਕਢਾਈ ਕੀਤੀ ਏ। ਸੂਈ ਜਾਂ ਤਾਂ ਲਿਬਾਸ ਵਿੱਚ ਰਹਿ ਗਈ ਜਾਂ ਮੇਰੇ ਵਿੱਚ। ਕਿਹਦੇ ਹੱਥਾਂ 'ਤੇ ਅੱਖਾਂ ਰੱਖਦਿਆਂ ਤੇ ਕਿਹਨੂੰ ਅਲਵਿਦਾ ਨਾ ਕਹਾਂ। ਮੇਰੀ ਤਰ੍ਹਾਂ ਬਹਿਕੋਗੇ। ਮੈਂ ਬਹੁਤ ਹਾਸਾ ਵੰਡਿਆ ਹੈ। ਇਹ ਮੇਰੇ ਹੋਂਠਾਂ ਤੋਂ ਕਿਵੇਂ ਡਿੱਗੇ। ਸੱਚ ਹੈ, ਮੇਰੀਆਂ ਡਿੱਗੀਆਂ ਅੱਖੀਆਂ 'ਤੇ ਵੀ ਲੋਕਾਂ ਨੇ ਪੈਰ ਰੱਖੇ ਤੇ ਸੌਰ ਗਏ। ਕੌਣ ਮੇਰੇ ਨਾਂ ਦੀ ਰੋਟੀ ਦੇ ਕੇ ਭੁੱਖਾ ਰਹਿੰਦਾ ਹੈ। ਕੌਣ ਮੈਨੂੰ ਮੋਢਾ ਦੇ ਕੇ ਗੁਜ਼ਰ ਜਾਂਦਾ ਹੈ। ਮੇਰੇ ਗਜ਼ਰੇ ਦੇ 3 ਫੁੱਲ ਤਹਿਰਾਏ ਹਨ। ਮੇਰੇ ਗਜ਼ਰੇ ਦੇ 3 ਫੁੱਲ ਤਹਿਰਾਏ ਹਨ। ਨਜ਼ਮ ਸੁਣਦਿਆਂ ਮੇਰੇ ਜ਼ਿਹਨ ਵਿੱਚ ਆਦੀਵਾਸੀਆਂ ਦੀ ਇੱਕ ਕਹਾਣੀ ਪਾਸੇ ਪਰਤਣ ਲੱਗੀ ਕਿ ਅੰਬਰ ਵਿੱਚ ਗੜਕਦੇ ਬੱਦਲ ਹੁੰਦੇ ਹਨ। ਇਹ ਛੋਟੇ ਬੱਚਿਆਂ ਦੀਆਂ ਰੂਹਾਂ ਦਾ ਜ਼ੇਲਖਾਨਾ ਹੁੰਦੇ ਨੇ, ਜਿੱਥੇ ਉਹ ਬੱਦਲਾਂ ਵਿੱਚ ਵਿਲਕਦੇ ਹਨ ਤੇ ਜ਼ਮੀਨ ਵੱਲ ਵੇਖਦੇ ਰਹਿੰਦੇ ਹਨ ਕਿ ਉਹਨਾਂ ਨੂੰ ਕਦੋਂ ਕਿਸੇ ਮਾਂ ਦੀ ਕੁੱਖ ਨਸੀਬ ਹੋਏਗੀ। ਲੱਗਿਆ ਸਾਰਾ ਦੇ ਗਜ਼ਰੇ ਦੇ 3 ਫੁੱਲ ਤਹਿਰਾਏ। ਜ਼ਰੂਰ ਸਾਰਾ ਦੇ 3 ਬੱਚੇ ਹਨ ਜਿਹੜੇ ਉਸ ਤੋਂ ਖੋਹੇ ਗਏ ਹਨ। ਉਹਨਾਂ ਨੂੰ ਮਾਂ ਦੀ ਕੁੱਖ ਮਿਲੀ ਪਰ ਮਾਂ ਦੀ ਗੋਦ ਨਹੀਂ ਮਿਲ ਸਕੀ। ਤੇ ਜਿਹੜੇ ਬੱਚੇ ਮੈਂ ਕਦੇ ਵੇਖੇ ਨਹੀਂ, ਉਹ ਪਾਣੀ ਨਾਲ ਭਰੇ ਬੱਦਲਾਂ ਵਿੱਚ ਵਿਲਕਦੇ ਹੋਏ ਵੀ ਦਿਖਣ ਲੱਗੇ ਤੇ ਇਸੇ ਮੇਰੀ ਜ਼ਮੀਨ 'ਤੇ ਕਿਸੇ ਘਰ ਵਿੱਚ ਸੁੱਕੇ ਹੋਏ ਫੁੱਲ ਦੀ ਸੂਰਤ ਵਿੱਚ ਵੀ। ਸਾਰਾ ਦੀ ਨਜ਼ਮ ਇੱਕ ਵਿਲਕਦੀ ਹੋਈ ਕੁੱਖ ਦੀ ਪੀੜ ਸੀ ਜਿਹਨੂੰ ਲੋਕ ਪਾਗਲ ਕਰਾਰ ਦੇ ਰਹੇ ਸਨ। ਇਹ ਨਜ਼ਮ ਨਹੀਂ, ਇੱਕ ਸੂਈ ਸੀ ਜਿਹੜੀ ਬੱਚਿਆਂ ਦੇ ਚਿੱਟੇ ਲਿਬਾਸ 'ਤੇ ਕਢਾਈ ਕਰਦਿਆਂ ਅੱਧੀ ਸਾਰਾ ਦੇ ਹੱਥ ਵਿੱਚ ਰਹਿ ਗਈ ਸੀ ਤੇ ਅੱਧੀ ਬੱਚਿਆਂ ਦੇ ਲਿਬਾਸ ਵਿੱਚ ਸੀਤੀ ਗਈ ਸੀ।